ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਸ ਇਜ਼ ਭਾਵਨਾ ਫਰਮ ਕੈਨਵਲਡ। ਅੱਜ ਗੱਲ ਕਰਨ ਜਾ ਰਹੀ ਹਾਂ ਆਸਟ੍ਰੇਲੀਆ ਦੇ ਨਿਊ ਅਪਡੇਟਸ ਬਾਰੇ। ਦ ਨਿਊ ਅਪਡੇਟਸ ਵਿਚ ਹੈਜ਼ ਕਮ ਔਨ 20th of July ਬਾਈ ਦ ਮਿਨਿਸਟਰ ਦ ਆਨਰੇਬਲ ਐਲਨ ਟੱਚ। ਜੋ ਐਮਪੀ ਨੇ ਨਿਊ ਅਪਡੇਟਸ ਦਿੱਤੇ ਉਹਨਾਂ ਬਾਰੇ ਗੱਲ ਕਰੂੰਗੀ। ਬੱਚਿਆਂ ਦੇ ਸਟੂਡੈਂਟ ਵੀਜ਼ੇ ਨੂੰ ਲੈ ਕੇ ਜੋ ਪੈਰੈਂਟਸ ਪਰੇਸ਼ਾਨ ਸੀਗੇ, ਜੋ ਬੱਚੇ ਪਰੇਸ਼ਾਨ ਸੀਗੇ, ਉਹਨਾਂ ਦੇ ਆਇਲਸ ਪੈਂਡਿੰਗ ਸੀਗੇ, ਗੈਪ ਵੱਧ ਰਿਹਾ ਸੀਗਾ, ਉਹਦੇ ਬਾਰੇ ਗੱਲ ਕਰਾਂਗੇ। ਜਦੋਂ ਕਿ ਪਹਿਲਾਂ ਅਪਡੇਟਸ ਬਾਰੇ ਗੱਲ ਕਰਨ ਦੀ ਗੱਲ ਕੀਤੀ, ਮੀਡੀਆ ਰਿਲੀਜ਼ ਨੂੰ ਲੈ ਕੇ ਆਫ 20th July, ਉਹਨੂੰ ਕੰਸੈਂਟਰੇਟ ਕਰਕੇ ਆਪਾਂ ਗੱਲ ਕਰਾਂਗੇ। ਨਿਊ ਸਟੂਡੈਂਟਸ ਦੇ ਲਈ demand of applications has increased. So ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਂਦੇ ਚਾਹਵਾਂ ਨੂੰ ਆਇਲਸ ਨਹੀਂ ਕਰ ਰਹੇ ਜਾਂ ਆਇਲਸ ਨਹੀਂ ਕਰ ਪਾਏ ਬਿਕੋਜ਼ ਆਫ COVID-19, ਬਿਲਕੁਲ ਟੈਨਸ਼ਨ ਨਾ ਲਓ। ਤੁਸੀਂ ਐਪਲੀਕੇਸ਼ਨਸ ਨੂੰ ਅਸੈਸ ਕਰੋ, ਆਪਣਾ ਸਾਰਾ ਪ੍ਰੋਸੈਸ ਕਰੋ। ਇਮੀਗ੍ਰੇਸ਼ਨ ਦੇ ਵੱਲੋਂ ਇਹ ਰਿਲੀਜ਼ ਹੈ। ਰਿਲੀਜ਼ ਦੇ ਵਿੱਚ ਉਹਨਾਂ ਨੇ ਵੈਰੀ ਕਲੀਅਰਲੀ ਉਹਨਾਂ ਨੇ ਸਟੇਟ ਕੀਤਾ that you don't have to give IELTS now, you can give the IELTS later as well, because ਉਹ ਵੀ ਜਾਣਦੇ ਨੇ ਕਿ COVID-19 ਦੇ ਵਿੱਚ ਐਗਜ਼ਾਮਸ ਨਹੀਂ ਹੋ ਪਾਏ। ਸੋਸ਼ਲ ਡਿਸਟੈਂਸਿੰਗ ਬਹੁਤ ਇੰਪੋਰਟੈਂਟ ਫੈਕਟਰ ਹੈ ਐਂਡ ਦੇ ਅੰਡਰਸਟੈਂਡ ਕਿ ਆਇਲਸ ਦੇ ਪੇਪਰ ਦੇ ਵਿੱਚ ਉਹ ਨਹੀਂ ਰੱਖੀ ਜਾ ਸਕਦੀ। ਸੋ ਦੇ ਅੰਡਰਸਟੈਂਡ ਕਿ ਤੁਸੀਂ ਆਇਲਸ ਕਿਉਂ ਨਹੀਂ ਦੇ ਪਾਏ। ਸੈਕਿੰਡ ਥਿੰਗ ਜਿਹੜੀ ਉਹਨਾਂ ਨੇ ਕਹੀ ਆ, ਆਪਾਂ ਉਹਦੀ ਗੱਲ ਕਰਾਂਗੇ। ਇੰਟਰਨੈਸ਼ਨਲ ਸਟੂਡੈਂਟਸ ਵਿਲ ਬੀ ਏਬਲ ਟੂ ਲੌਂਚ ਐਪਲੀਕੇਸ਼ਨਸ। ਸੋ ਜਦੋਂ ਅਸੀਂ ਫਰਦਰ ਐਕਸ਼ਨ ਦੀ ਗੱਲ ਕੀਤੀ ਜਾਏ, ਇੰਟਰਨੈਸ਼ਨਲ ਸਟੂਡੈਂਟਸ ਦੀ ਐਪਲੀਕੇਸ਼ਨ ਦੀ ਗੱਲ ਕੀਤੀ ਹੈ, ਜਿਨ੍ਹਾਂ ਬੱਚਿਆਂ ਦੇ ਸਟੂਡੈਂਟ ਵੀਜ਼ਾਸ ਡਿਊਰਿੰਗ that visa process ਖਤਮ ਨਹੀਂ ਹੋ ਪਾਏ because of COVID-19, ਉਹਨਾਂ ਬੱਚਿਆਂ ਨੂੰ free of charge visa extension ਦੇ privilege ਦਿੱਤਾ ਹੈ immigration ਨੇ। So that Australia has gone way up and given that privilege. So that means Australia international students ਦੀ ਬਹੁਤ ਜ਼ਿਆਦਾ ਕਦਰ ਕਰਦਾ ਹੈ, ਬਹੁਤ ਜ਼ਿਆਦਾ ਰਿਸਪੈਕਟ ਕਰਦਾ ਹੈ ਐਂਡ ਬਹੁਤ ਜ਼ਿਆਦਾ ਡਿਮਾਂਡ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਆਸਟ੍ਰੇਲੀਆ ਦੇ ਵਿੱਚ। ਇਸ ਤੋਂ ਇਲਾਵਾ ਗੱਲ ਕਰਾਂ ਤੇ ਜਿਹੜੇ ਬੱਚੇ ਆਫਸ਼ੋਰ ਨੇ ਇਸ ਟਾਈਮ ਬੈਠੇ ਨੇ, ਪੋਸਟ ਸਟੱਡੀ ਵਰਕ ਪਰਮਿਟ ਲਾਉਣਾ ਚਾਹੁੰਦੇ ਨੇ ਫਰੋਮ ਇੰਡੀਆ ਜਾਂ ਕਿਸੇ ਵੀ ਹੋਰ ਕੰਟਰੀ ਤੋਂ, ਜਿਹੜੇ ਮਾਈਗ੍ਰੇਸ਼ਨ ਜ਼ੋਨ ਮੀਨਸ ਆਸਟ੍ਰੇਲੀਆ ਨੂੰ ਛੱਡ ਕੇ ਕਿਤੇ ਹੋਰ ਬੈਠੇ ਨੇ, they can do it now, which was never possible. So immigration has done this privilege as well. ਇਸ ਤੋਂ ਇਲਾਵਾ ਜਿਹੜੇ ਬੱਚੇ ਇੱਥੇ ਪੜ੍ਹ ਰਹੇ ਨੇ ਐਂਡ ਲੈਟਸ ਟੇਕ ਐਨ ਐਗਜ਼ਾਮਪਲ, ਉਹਨਾਂ ਨੂੰ ਪੜ੍ਹਦਿਆਂ ਹੋਇਆਂ ਹੁਣ 6 ਮਹੀਨੇ ਹੋ ਚੁੱਕੇ ਨੇ, ਉਹਨਾਂ ਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ। ਆਨਲਾਈਨ ਸਟੱਡੀ ਦੇ ਬਾਵਜੂਦ ਉਹ ਪੋਸਟ ਸਟੱਡੀ ਵਰਕ ਪਰਮਿਟ ਲਈ ਐਲੀਜੀਬਲ ਹੋਣਗੇ, ਜਾਂ ਉਹ ਗ੍ਰੈਜੂਏਟ ਵੀਜ਼ੇ ਤੇ ਐਲੀਜੀਬਲ ਨੇ ਤਾਂ ਉਹ ਗ੍ਰੈਜੂਏਟ ਵੀਜ਼ੇ ਲਈ ਐਲੀਜੀਬਲ ਹੋਣਗੇ। ਸੋ ਦੇ ਕੈਨ ਯੂਜ਼ देयर ਐਗਜ਼ਿਸਟਿੰਗ ਸਟੱਡੀ onshore rather than being onshore, offshore ਦੇ ਵਿੱਚ ਰਹਿ ਕੇ ਉਹ ਇੰਡੀਆ ਨੇ, ਬੰਗਲਾਦੇਸ਼ ਨੇ, ਕਿਸੇ ਵੀ ਕੰਟਰੀ 'ਚ ਨੇ, they are eligible for that, ਜਾਂ ਨੇਪਾਲ ਨੇ। ਇਸ ਤੋਂ ਇਲਾਵਾ ਜੇ ਗੱਲ ਕਰਾਂ ਹੁਣ ਕਿ ਕੀ ਰਿਕੁਆਇਰਮੈਂਟਸ ਹੋਣਗੀਆਂ, ਕੀ ਰਿਕੁਆਇਰਮੈਂਟਸ ਨਹੀਂ ਹੋਣਗੀਆਂ। 2019 pass out student, 2020 pass out students, they're more than welcome to come and apply for their offer letters. They're more than welcome to do their process, including statement of purpose, give their interviews. Universities have started accepting applications. Good news ਦੇਣਾ ਚਾਹੂੰਗੀ ਕਿ 14th of July ਨੂੰ ਸਾਡਾ ਇੱਕ recent visa grant ਹੋਇਆ COVID-19 ਤੋਂ ਬਾਅਦ। It was the first grant, so I would like to congratulate on this video him as well, Shasindra Rao. I would like to congratulate for your visa and this, and I will tag Shasindra Rao in this video as well. So ਉਹਨਾਂ ਦਾ visa grant ਹੋਇਆ 14th of July ਨੂੰ, 1 year ਦਾ graduate visa from Danford College in Australia. ਜੇ ਇਸ ਤੋਂ ਇਲਾਵਾ ਗੱਲ ਕਰਨਾ ਚਾਹਾਂ ਰਿਕੁਆਇਰਮੈਂਟਸ ਦੀ, ਪਰਟੀਕੂਲਰ ਰਿਕੁਆਇਰਮੈਂਟਸ, ਸੋ ਜੇ ਤੁਹਾਡੇ 70% ਮਾਰਕਸ ਨੇ ਆਇਲਸ ਦੇ ਵਿੱਚ, 2020 ਪਾਸ ਆਊਟ ਹੋ, 6.5 ਬੈਂਡ ਨੇ, ਨੋ ਸਕੋਰ ਲੈਸ ਦੈਨ 6 ਹੈ, ਕੈਨਵਲਡ ਵੱਲੋਂ ਤੁਹਾਨੂੰ ਸੱਦਾ ਹੈ, ਵੀ ਵਿਲ ਚਾਰਜ ਯੂ ਨੋ ਕੰਸਲਟੇਸ਼ਨ ਐਂਡ ਵੀ ਵਿਲ ਡੂ ਯੋਰ ਐਪਲੀਕੇਸ਼ਨ। ਬਾਕੀ ਬੱਚਿਆਂ ਲਈ ਮੈਂ ਦੱਸਣਾ ਚਾਹੂੰਗੀ, ਜੇ ਤੁਸੀਂ ਅਸੈਸਮੈਂਟ ਲੈਵਲ 1 ਯੂਨੀਵਰਸਿਟੀ ਦੇ ਵਿੱਚ ਜਾਂ ਅਸੈਸਮੈਂਟ ਲੈਵਲ 1 ਕਾਲਜ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ, ਮੈਡੀਕਲ ਨਾਲ ਰਿਲੇਟਡ ਪੜ੍ਹਨਾ ਚਾਹੁੰਦੇ ਹੋ, ਸਾਇੰਸ ਇਨ ਪਰਟੀਕੂਲਰ ਵਿਚ ਇਜ਼ ਨਾਟ ਓਨਲੀ ਨਰਸਿੰਗ। ਜਦੋਂ ਸਾਇੰਸ ਦੀ ਗੱਲ ਕਰਾਂ, ਬੱਚਿਆਂ ਨੂੰ ਸਿਰਫ ਨਰਸਿੰਗ ਸਮਝ ਆਉਂਦੀ ਹੈ। ਦੇਰ ਆਰ ਸੋ ਮੈਨੀ ਅਦਰ ਕੋਰਸਿਸ ਵਿਚ ਇਜ਼ ਰਿਲੇਟਡ ਟੂ ਬੈਚਲਰਸ ਆਫ ਸੋਸ਼ਲ ਵਰਕ, ਬੈਚਲਰਸ ਆਫ ਹੈਲਥ ਐਡਮਿਨਿਸਟ੍ਰੇਸ਼ਨ, ਦੇਰ ਆਰ ਸੋ ਮੈਨੀ ਅਦਰਸ ਵਿਚ ਆਰ ਵੈਰੀ ਇੰਪੋਰਟੈਂਟ। ਜੇ ਗੱਲ ਕੀਤੀ ਜਾਏ ਤਾਂ ਡਿਪਲੋਮਾ ਆਫ ਡੈਂਟਲ ਟੈਕਨੋਲੋਜੀ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਕੋਰਸਿਸ ਦੇ ਵਿੱਚ ਤੁਸੀਂ ਪੜ੍ਹਨਾ ਚਾਹੁੰਦੇ ਹੋ, ਪਰ ਤੁਹਾਡੇ 7 ਇੰਚ ਨਹੀਂ ਹੈ, ਬਟ ਤੁਸੀਂ ਮੈਡੀਕਲ ਲਾਈਨ ਦੇ ਵਿੱਚ ਹੀ ਜਾਣਾ ਚਾਹੁੰਦੇ ਹੋ, ਤੁਸੀਂ ਇੱਥੇ +2 ਕੀਤੀ ਸੀ, ਤੁਹਾਡੇ ਸਟੱਡੀਜ਼ ਦੇ ਵਿੱਚ 1 ਸਾਲ ਦਾ ਗੈਪ ਹੈ, ਬਟ ਉਸ ਗੈਪ ਦੇ ਵਿੱਚ ਤੁਸੀਂ ਕਿਸੇ ਸੰਸਥਾ ਦੇ ਵਿੱਚ ਸੇਵਾ ਦੇ ਵਿੱਚ ਰੁੱਝੇ ਹੋਏ ਸੀਗੇ, ਕਿਸੇ ਓਲਡ ਏਜ ਹੋਮ ਦੇ ਵਿੱਚ ਜਾਂ ਕਿਸੇ ਅਨਾਥ ਆਸ਼ਰਮ ਦੇ ਵਿੱਚ ਜਾਂ ਕਿਸੇ ਵਿਰਧ ਆਸ਼ਰਮ ਦੇ ਵਿੱਚ ਸੇਵਾ ਕਰ ਰਹੇ ਸੀਗੇ, ਐਂਡ ਯੂ ਹੈਵ ਦੈਟ ਐਕਸਪੀਰੀਅੰਸ, ਈਵਨ ਇਫ ਇਟ ਇਜ਼ ਅ ਵੋਲੰਟੀਅਰ ਐਕਸਪੀਰੀਅੰਸ, ਯੂ ਆਰ ਮੋਰ ਦੈਨ ਵੈਲਕਮ ਟੂ ਕੰਟੈਕਟ ਕੈਨਵਲਡ ਐਂਡ ਅਸੀਂ ਤੁਹਾਨੂੰ ਬੈਚਲਰਸ ਆਫ ਸੋਸ਼ਲ ਵਰਕ ਦੇ ਵਿੱਚ ਐਡਮਿਸ਼ਨ ਲੈ ਕੇ ਦੇ ਸਕਦੇ ਹਾਂ, ਬੈਚਲਰਸ ਆਫ ਰੀਹੈਬ ਦੇ ਵਿੱਚ ਲੈ ਕੇ ਦੇ ਸਕਦੇ ਹਾਂ, ਐਂਡ ਡਿਪਲੋਮਾ ਲੀਡਿੰਗ ਟੂ ਡਿਗਰੀ in the similar industry, we can help you with that. ਇਸ ਤੋਂ ਇਲਾਵਾ ਗੱਲ ਕਰਨਾ ਚਾਹੂੰਗੀ ਆਸਟ੍ਰੇਲੀਆ ਨੂੰ ਲੈ ਕੇ ਕਿ IT ਦੇ ਵਿੱਚ ਕਿੰਨਾ ਬੱਚਿਆਂ ਨੂੰ ਕਿਸ ਏਰੀਆਜ਼ ਦੇ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਹੈ, ਬਿਕੋਜ਼ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, majority of us don't only go there to study,
but we go to get the permanent residency and ਉੱਥੇ settle ਹੋਣਾ ਚਾਹੁੰਦੇ ਆ। ਇਹ ਬਹੁਤ ਸਾਰੇ ਬੱਚਿਆਂ ਦਾ ਤੇ ਬਹੁਤ ਸਾਰੇ ਬੱਚਿਆਂ ਦੇ ਮਾਂ-ਬਾਪ ਦਾ ਸੁਪਨਾ ਨਾਲ ਜੁੜਿਆ ਹੁੰਦਾ ਹੈ। ਜਦੋਂ ਕਿ ਅਸੀਂ ਅਕਸਰ ਕਿਸੇ ਏਜੰਟ ਕੋਲ ਜਾਂਦੇ ਹਾਂ ਐਂਡ ਉਹ ਏਜੰਟ ਸਾਨੂੰ ਸਟੱਡੀਜ਼ ਨੂੰ ਰਿਲੇਟ ਕਰਕੇ ਤੁਹਾਨੂੰ ਬੈਚਲਰਸ ਆਫ ਸੌਫਟਵੇਅਰ ਡਿਵੈਲਪਿੰਗ ਦੇ ਵਿੱਚ ਐਡਮਿਸ਼ਨ ਲਾ ਦਿੰਦਾ ਤਾਂ ਬੱਚਿਆਂ ਦੇ ਲਈ ਉੱਥੇ ਜਾ ਕੇ ਸੈਟਲ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਯੂ ਹੈਵ ਟੂ ਅੰਡਰਸਟੈਂਡ ਆਸਟ੍ਰੇਲੀਆ ਇਜ਼ ਨਾਟ ਅ ਕੰਟਰੀ ਵੇਅਰ ਦੇ ਆਰ ਡੂਇੰਗ ਡਿਵੈਲਪਿੰਗ, they are doing software developments, they are not. It's all about networking in Australia. So ਜਦੋਂ ਅਸੀਂ networking ਦਾ ਕੋਰਸ ਪੜ੍ਹਦੇ ਹਾਂ ਆਸਟ੍ਰੇਲੀਆ ਦੇ ਵਿੱਚ, MIS ਪੜ੍ਹਦੇ ਹਾਂ, ਇਨਫੋਰਮੇਸ਼ਨ ਸਿਸਟਮ ਪੜ੍ਹਦੇ ਹਾਂ, ਇਨਫੋਰਮੇਸ਼ਨ ਟੈਕਨੋਲੋਜੀ ਪੜ੍ਹਦੇ ਹਾਂ ਜਿਹੜੀ ਕਿ ਨੈਟਵਰਕਿੰਗ ਨਾਲ ਰਿਲੇਟਡ ਹੈ, ਜਿਹੜੀ ਕਿ ਪ੍ਰੈਜ਼ੈਂਟ ਸਿਨੈਰੀਓ ਦੇ ਨਾਲ ਉੱਥੇ ਰਿਲੇਟਡ ਹੈ, then you have options. So ਜੇਕਰ ਅਸੀਂ ਗੱਲ ਕੀਤੀ ਜਾਏ ਬਿਜ਼ਨਸ ਐਨਾਲਿਸਟ ਦੀ, ICT ਦੀ, ਜੇ ਸਕਿੱਲ ਆਕੂਪੇਸ਼ਨ ਲਿਸਟ ਨੂੰ ਖੋਲ੍ਹਿਆ ਜਾਏ, ਪੰਨੇ ਫਰੋਲੇ ਜਾਣ ਉਹਦੇ 491 189 186 ਸਾਰਿਆਂ ਦੇ ਵਿੱਚ ਆਪਸ਼ਨਸ ਹੈ IT ਦੇ ਨੈਟਵਰਕਿੰਗ ਦੇ ਵਾਸਤੇ, ਬਿਜ਼ਨਸ ਐਨਾਲਿਸਟਸ ਵਾਸਤੇ। ਇਸ ਤੋਂ ਇਲਾਵਾ ਜੇਕਰ ਗੱਲ ਕਰਾਂ ਤਾਂ ਵਾਟ ਆਰ ਅਦਰ ਏਰੀਆਜ਼ ਜਿਨ੍ਹਾਂ 'ਚ ਤੁਸੀਂ ਕੰਮ ਕਰ ਸਕਦੇ ਹੋ। ਤੁਸੀਂ ਇੱਥੇ +2 ਕੀਤੀ ਹੈ, ਤੁਸੀਂ ਇਹ 12 ਪਾਸ ਆਊਟ ਹੋ, 70% ਮਾਰਕਸ ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਟੂਡੈਂਟ ਹੋ, 6 ਬੈਂਡਸ ਨੇ, ਵੀ ਹੈਵ ਆਪਸ਼ਨ ਫॉर ਯੂ। ਐਂਡ ਤੁਸੀਂ ਪੜ੍ਹਨਾ ਨਹੀਂ ਚਾਹੁੰਦੇ, ਕੋਈ ਕਿੱਤਾ ਸਿੱਖਣਾ ਚਾਹੁੰਦੇ ਹੋ, ਯੂ ਵਾਂਟ ਟੂ ਲਰਨ ਅ ਟ੍ਰੇਡ, ਤੁਸੀਂ ਹੱਥੀਂ ਕੋਈ ਕੰਮ ਕਰਨਾ ਚਾਹੁੰਦੇ ਹੋ, ਤਾਂ ਵੀਵ ਗॉट ਅ ਵੈਰੀ ਨਾਈਸ ਆਪਸ਼ਨ ਫॉर ਯੂ ਐਂਡ ਦੈਟ ਆਪਸ਼ਨ ਇਜ਼ ਰਿਲੇਟਡ ਟੂ ਪੇਂਟਿੰਗ। That option is relating to welder, certificate 3 and 4 in fabrication. ਜੇ ਤੁਸੀਂ ਕੋਈ ਜਿੱਦਾਂ ਹੱਥ ਦਾ ਕਿੱਤਾ ਕਰਨਾ ਚਾਹੁੰਦੇ ਹੋ, we've got a best option which is this is wood. So this is a very good option. ਜੇ ਤੁਸੀਂ ਕਾਰਪੈਂਟਰੀ ਨਾਲ ਰਿਲੇਟਡ ਕੰਮ ਕਰਨਾ ਚਾਹੁੰਦੇ ਹੋ, ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਜਾਣੂ ਕਰਾਉਣਾ ਚਾਹੂੰਗੀ ਇਸ ਫੈਕਟ ਨਾਲ ਕਿ ਆਸਟ੍ਰੇਲੀਆ ਦੇ ਵਿੱਚ ਘਰ ਵੁੱਡ ਐਂਡ ਬ੍ਰਿਕ ਨਾਲ ਪਾਰਸ਼ਲੀ ਬਣਦੇ ਨੇ, ਜ਼ਿਆਦਾ ਸਟਰਕਚਰਸ ਵੁੱਡ ਨਾਲ ਖੜੇ ਹੁੰਦੇ ਨੇ। ਜਦੋਂ ਅਸੀਂ ਲੱਕੜ ਦੀ ਗੱਲ ਕਰਦੇ ਹਾਂ, ਜੇ ਤੁਸੀਂ ਕਾਰਪੈਂਟਰ ਹੋ ਤਾਂ ਉਸ ਕਾਰਪੈਂਟਰ ਦੀ ਡਿਮਾਂਡ way more than even IT specialists. So you have to understand ਕਿ ਤੁਸੀਂ ਕੀ ਕਰ ਸਕਦੇ ਹੋ। ਬਹੁਤ ਸਾਰੇ ਬੱਚੇ ਹਮੇਸ਼ਾ ਪੜ੍ਹਨ 'ਚ ਚੰਗੇ ਨਹੀਂ ਹੁੰਦੇ, ਪਰ ਕਈ ਬੱਚੇ ਹੱਥਾਂ ਦੇ ਕਿੱਤੇ 'ਚ ਜ਼ਿਆਦਾ ਸਕਸੈਸਫੁਲ ਹੁੰਦੇ ਨੇ। ਉਹ ਹੱਥਾਂ ਨਾਲ ਆਪਣੇ ਕੰਮ ਜ਼ਿਆਦਾ ਜ਼ੋਰ ਨਾਲ ਕਰ ਸਕਦੇ ਨੇ, ਆਪਣੀ ਐਬਿਲਿਟੀਜ਼ ਨੂੰ ਜ਼ਿਆਦਾ ਦਿਖਾ ਸਕਦੇ ਨੇ। ਸੋ ਜ਼ਰੂਰੀ ਨਹੀਂ ਹੈ ਕਿ ਪੈਰੈਂਟਸ ਦੇ ਪ੍ਰੈਸ਼ਰ ਕਰਕੇ ਜਾਂ ਏਜੰਟ ਦੇ ਰਾਈਟ ਗਾਈਡੈਂਸ ਨਾ ਲੈਣ ਕਰਕੇ ਤੁਹਾਨੂੰ ਉਹ ਕੋਰਸ ਲੈਣਾ ਪਏ ਜਿਸ ਕੋਰਸ ਵਿੱਚ ਤੁਸੀਂ ਸਕਸੈਸਫੁਲ ਨਹੀਂ ਹੋ ਸਕੋਗੇ। ਕੋਰਸ ਉਹ ਕਰਨਾ ਚਾਹੀਦਾ ਹੈ ਜਿਹੜਾ ਤੁਹਾਡੇ ਇੰਟਰਸਟ ਦੇ ਨਾਲ ਮੈਚ ਕਰਨਾ ਚਾਹੀਦਾ। Don't listen to your parents. You are the career makers of your life. You have to decide what you want. Nobody else. ਇਸ ਤੋਂ ਇਲਾਵਾ ਗੱਲ ਕਰਨਾ ਚਾਹੂੰਗੀ ਪੇਂਟਰਸ ਦੀ, ਵੈਲਡਰਸ ਦੀ। ਜੇ ਪੇਂਟਰਸ ਦੀ ਗੱਲ ਕੀਤੀ ਜਾਏ, ਸਰਟੀਫਿਕੇਟ 3 and 4 in painting and fabrications। ਜੇ ਵੈਲਡਿੰਗ ਦੀ ਗੱਲ ਕੀਤੀ ਜਾਏ, ਫੈਬਰੀਕੇਸ਼ਨ ਇੰਡਸਟਰੀ ਇਜ਼ ਵੈਰੀ ਹਾਈਲੀ ਡਿਮਾਂਡੇਬਲ, ਵੈਲਡਰਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੇ ਗੱਲ ਕੀਤੀ ਜਾਏ ਆਸਟ੍ਰੇਲੀਆ ਦੀ ਇਕੋਨਮੀ ਡੇ ਬਾਏ ਡੇ ਗਰੋ ਕਰ ਰਹੀ ਹੈ, ਜੇ ਗੱਲ ਕੀਤੀ ਜਾਏ ਕਿ ਉਹਨਾਂ ਦੇ ਕੋਲ ਜ਼ਮੀਨ ਦੀ ਹੈ ਤਾਂ ਦੇ ਹੈਵ ਵਾਸਟ ਏਰੀਆ ਆਫ ਲੈਂਡ ਐਂਡ ਦੇ ਆਰ ਗਰੋਇੰਗ ਇਟ ਐਵਰੀ ਡੇ। ਵੈਨ ਦੇ ਆਰ ਗਰੋਇੰਗ ਐਵਰੀ ਡੇ ਦੇ ਨੀਡ ਪੀਪਲ, ਦੇ ਨੀਡ ਹੈਂਡੀ ਔਨ ਪੀਪਲ ਜਿਹੜੇ ਹੱਥ ਨਾਲ ਕਿੱਤਾ ਕਰ ਸਕਣ। ਸੋ ਦ ਪੀਪਲ ਐਂਡ ਦ ਡਿਮਾਂਡ ਆਫ ਟ੍ਰੇਡ ਕੋਰਸਿਸ ਇਜ਼ ਵੇ ਮੋਰ ਦੈਨ ਐਨੀਥਿੰਗ ਐਲਸ। ਇਸ ਤੋਂ ਇਲਾਵਾ ਗੱਲ ਕਰਨਾ ਚਾਹੂੰਗੀ, ਬਹੁਤ ਸਾਰੇ ਬੱਚਿਆਂ ਤੋਂ ਮੈਂ ਅਕਸਰ ਇਹ ਸੁਣਦੀ ਹਾਂ ਕਿ ਮੈਮ ਕੁੱਕਰੀ ਖਤਮ ਹੋ ਗਈ ਹੈ, ਬਟ ਇੱਦਾਂ ਨਹੀਂ ਹੈ। ਜੇਕਰ ਕੁੱਕਰੀ ਦੀ ਗੱਲ ਕਰਾਂ ਤੇ ਅੱਜ ਵੀ ਕੁੱਕਰੀ ਡਿਮਾਂਡ ਲਿਸਟ 'ਚ ਹੈ, ਅੱਜ ਵੀ ਸ਼ੈਫ ਡਿਮਾਂਡ ਲਿਸਟ 'ਚ ਹੈ। ਡਿਮਾਂਡ ਲਿਸਟ ਦਾ ਮਤਲਬ ਹੈ ਜਿਹੜੀ ਉਹ ਲਿਸਟ ਜਿਨ੍ਹਾਂ ਕਿੱਤਿਆਂ ਦੀ ਕਮੀ ਹੈ ਆਸਟ੍ਰੇਲੀਆ ਦੇ ਵਿੱਚ, ਜਿਨ੍ਹਾਂ ਨੂੰ ਉਹ ਡਿਮਾਂਡ ਕਰਦੇ ਨੇ ਉੱਥੇ ਆਉਣ ਵਾਸਤੇ। So we talk about chef here. If we talk about chef here, then basically chef is in the skilled occupation list. So technically ਜੇ ਤੁਸੀਂ diploma of hospitality leading to bachelors of hospitality ਕਰਦੇ ਹੋ, you're eligible to apply for your future goals in Australia. So you need to decide ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਬਹੁਤ ਸਾਰੇ ਬੱਚੇ ਨੇ ਜਿਹੜੇ ਔਨਸ਼ੋਰ ਨੇ, ਉਹਨਾਂ ਨੂੰ ਗ੍ਰੈਜੂਏਟ ਵੀਜ਼ੇ ਦੇ ਵਿੱਚ ਤੇ ਪੋਸਟ ਗ੍ਰੈਜੂਏਟ ਸਟੱਡੀ ਦੇ ਵਿੱਚ ਫਰਕ ਨਹੀਂ ਪਤਾ। ਅੱਜ ਉਹਨਾਂ ਨੂੰ ਮੈਂ ਉਹ ਫਰਕ ਬਾਰੇ ਵੀ ਜਾਣੂ ਕਰਾਉਂਗੀ। Graduate visa is issued to the people those who have diplomas. They get 18-month visa. So ਜੇ ਤੁਸੀਂ diploma of hospitality ਖਤਮ ਕਰਦੇ ਹੋ, ਤੁਹਾਨੂੰ 18 ਮਹੀਨਿਆਂ ਦਾ ਵੀਜ਼ਾ ਮਿਲਦਾ ਹੈ। ਉਹਨਾਂ 18 ਮਹੀਨਿਆਂ ਦੇ ਵਿੱਚ ਤੁਸੀਂ 12 months ਦੇ ਵਿੱਚ ਹੋ ਸਕਦਾ ਆਪਣਾ ਜੌਬ ਰੈਡੀ ਖਤਮ ਕਰਨਾ ਚਾਹੋ ਜਾਂ ਐਕਸਪੀਰੀਅੰਸ ਲੈਣਾ ਚਾਹੋ for your future studies or for your future career that you want to settle on. So for example, you are a chef. Your studies finished today. So let's say today is I'll take the media release date, 20th of July 2020. 18 ਮਹੀਨੇ ਦਾ ਵੀਜ਼ਾ ਮਿਲੂਗਾ ਇਸ ਡੇਟ ਤੋਂ। ਫੋਰ ਐਗਜ਼ਾਮਪਲ ਤੁਹਾਨੂੰ ਤੁਸੀਂ 12 ਮਹੀਨਿਆਂ ਦੇ ਵਿੱਚ 1 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਦੇਣਾ ਹੈ and you can apply for some another visa based on that. ਉਹ visas ਦੀ ਗੱਲ ਇੰਨੀ ਜ਼ਿਆਦਾ ਆਪਾਂ ਡਿਟੇਲ 'ਚ ਨਹੀਂ ਕਰ ਪਾਵਾਂਗੇ, but there will be lot of other options such as 491 visa, 187, 482, ਬਹੁਤ ਸਾਰੇ visas ਹੋਣਗੇ। ਇਸ ਤੋਂ ਬਾਅਦ ਗੱਲ ਕਰਨਾ ਚਾਹੂੰਗੀ ਪੋਸਟ ਗ੍ਰੈਜੂਏਟ ਦੀ। ਜਦੋਂ ਪੋਸਟ ਗ੍ਰੈਜੂਏਟ ਸਟੱਡੀ ਵੀਜ਼ਾ ਦੀ ਗੱਲ ਕਰਾਂ ਤਾਂ ਇਟਸ ਅ 2 years visa. Bachelor students after 2 years are eligible for that visa.
and master students is eligible for 2 years. ਜੇਕਰ ਅਸੀਂ ਰੀਜਨਲ ਏਰੀਆ ਦੀ ਗੱਲ ਕੀਤੀ ਜਾਏ ਤਾਂ ਰੀਜਨਲ ਏਰੀਆ 'ਚ ਉਹ ਆਪਸ਼ਨ ਨੂੰ ਹੁਣ 3 ਇਅਰਸ ਕਰ ਦਿੱਤਾ ਗਿਆ। ਸੋ ਜੇਕਰ ਤੁਸੀਂ ਇਹਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਆਈਐਲਸ ਦੇ ਵਿੱਚ ਰਿਕੁਆਇਰਮੈਂਟ ਹੈ, ਆਈਐਲਸ ਦੀ ਕੀ ਰਿਕੁਆਇਰਮੈਂਟ ਹੈ, ਪਾਰਟਿਕੂਲਰ ਕੀ ਰਿਕੁਆਇਰਮੈਂਟਸ ਹੈ, ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਸਾਡੀ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ। ਜੇ ਆਸਟ੍ਰੇਲੀਆ ਦੇ ਬਾਰੇ ਆਪਣੀ ਐਪਲੀਕੇਸ਼ਨਸ ਨੂੰ ਅਸੈਸ ਕਰਾਉਣਾ ਚਾਹੁੰਦੇ ਹੋ, ਇੰਡੀਆ ਦੇ ਵਿੱਚ ਤੁਸੀਂ ਇਹਨਾਂ 'ਚੋਂ ਕਿਸੇ ਕਿੱਤੇ ਦੇ ਵਿੱਚ ਕੰਮ ਕਰਦੇ ਹੋ, ਤੁਸੀਂ ਆਪਣੀ ਐਪਲੀਕੇਸ਼ਨਸ ਨੂੰ ਅਸੈਸ ਕਰਾਉਣਾ ਚਾਹੁੰਦੇ ਹੋ, ਤੁਸੀਂ ਸਾਡੀ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ। ਤੁਸੀਂ ਇਸ ਚੈਨਲ ਨਾਲ ਸਬਸਕ੍ਰਾਈਬ ਕਰ ਸਕਦੇ ਹੋ ਮੇਰੀਆਂ ਨੈਕਸਟ ਵੀਡੀਓਜ਼ ਦੇਖਣ ਲਈ। ਤਦ ਤੱਕ ਦੇ ਲਈ ਸਟੇ ਟਿਊਨਡ ਐਂਡ ਸਟੇ ਸੇਫ। Stay safe from COVID-19. Good luck and be safe. Sat Shri Akal.